ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 12ਵੀਂ ਵੋਕੇਸ਼ਨਲ ਜਮਾਤ ਦੇ ਜਨਰਲ ਫਾਊਂਡੇਸ਼ਨ ਕੋਰਸ ਵਿਸ਼ੇ ਦੇ ਪਹਿਲੇ ਪਾਠ ਦੇ 2 ਟੌਪਿਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗਾ। ਇਹ 2 ਟੌਪਿਕ ਉਦਯੋਗ ਕੀ ਹੈ ਅਤੇ ਉਦਯੋਗ ਦੀਆਂ ਕਿਸਮਾਂ ਹਨ। ਕਹਿਣ ਦਾ ਭਾਵ ਮੇਰਾ ਅੱਜ ਦਾ ਵਿਸ਼ਾ ਜਿਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਨੀ ਹੈ ਉਹ ਉਦਯੋਗ ਕੀ ਹੈ ਅਤੇ ਉਦਯੋਗ ਦੀਆਂ ਕਿਸਮਾਂ ਬਾਰੇ ਜਾਣਕਾਰੀ ਹੈ। ਹੁਣ ਉਦਯੋਗ ਕੀ ਹੈ, ਇਹ ਸਾਡਾ ਸਭ ਤੋਂ ਪਹਿਲਾ ਵਿਸ਼ਾ ਹੈ। ਉਦਯੋਗ ਕੀ ਹੈ? ਉਦਯੋਗ ਅਸਲ ਵਿੱਚ ਇੱਕ ਅਜਿਹੀ ਇਕਾਈ ਹੁੰਦੀ ਹੈ ਜਿੱਥੇ ਕਿਸੇ ਨਾ ਕਿਸੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਵੇ ਜਾਂ ਕੋਈ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਹਰੇਕ ਇਨਸਾਨ ਸਿੱਧੇ ਜਾਂ ਸਿੱਧੇ ਰੂਪ ਵਿੱਚ ਉਦਯੋਗ ਦੇ ਨਾਲ ਜੁੜਿਆ ਹੋਇਆ ਹੈ। ਜਿਵੇਂ ਆਪਾਂ ਬਾਜ਼ਾਰ ਵਿੱਚੋਂ ਕੋਈ ਚੀਜ਼ ਪਰਚੇਜ਼ ਕਰਨ ਜਾਂਦੇ ਹਾਂ, ਕੋਈ ਚੀਜ਼ ਦੀ ਖਰੀਦ ਕਰਨ ਜਾਂਦੇ ਹਾਂ, ਆਪਾਂ ਮੋਬਾਈਲ ਲਿਆ ਤਾਂ ਮੋਬਾਈਲ ਕਿੱਥੋਂ ਬਣਦਾ? ਕਿਸੇ ਨਾ ਕਿਸੇ ਕੰਪਨੀ ਦੇ ਵਿੱਚ। ਤਾਂ ਉਹ ਕੰਪਨੀ ਕੀ ਹੈ? ਉਦਯੋਗ। ਕਿਉਂ? ਕਿਉਂਕਿ ਉੱਥੇ ਕਿਸੇ ਨਾ ਕਿਸੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਜਿਹੜੀ ਕੰਪਨੀ ਜਾਂ ਜਿਹੜੀ ਸੰਸਥਾ ਜਾਂ ਜਿਹੜੀ ਇਕਾਈ ਜਿੱਥੇ ਕਿਸੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਸ ਨੂੰ ਉਦਯੋਗ ਕਹਿੰਦੇ ਨੇ। ਹੁਣ ਪ੍ਰੋਡਕਟ ਦੀ ਪੈਦਾਵਾਰ ਆਮ ਤੌਰ ਤੇ ਕੱਚੇ ਮਾਲ ਤੋਂ ਹੀ ਕੀਤੀ ਜਾਂਦੀ ਹੈ। ਪ੍ਰੋਡਕਟ ਜਿਵੇਂ ਅਸੀਂ ਕੱਪੜੇ ਦੀ ਵਰਤੋਂ ਰੋਜ਼ਾਨਾ ਰੂਪ ਵਿੱਚ ਕਰਦੇ ਹਾਂ। ਇਹ ਕੱਪੜਾ ਜਿਹੜਾ ਅਸੀਂ ਪਹਿਨਦੇ ਹਾਂ ਇਹ ਇੱਕ ਪ੍ਰੋਡਕਟ ਆ, ਪਰ ਇਹ ਕਿਸੇ ਨਾ ਕਿਸੇ ਉਦਯੋਗਿਕ ਇਕਾਈ ਦੇ ਵਿੱਚ, ਭਾਵ ਕੱਪੜੇ ਦੀ ਇੰਡਸਟਰੀ ਦੇ ਵਿੱਚ ਧਾਗੇ ਤੋਂ ਬਣਦਾ। ਤਾਂ ਧਾਗਾ ਕੀ ਹੋਇਆ? ਕੱਚਾ ਮਾਲ। ਇਸੇ ਤਰ੍ਹਾਂ ਮੋਬਾਈਲ ਵੀ ਅਲੱਗ-ਅਲੱਗ ਹਿੱਸਿਆਂ ਦੇ ਰੂਪ ਵਿੱਚ ਬਣੇ ਕੱਚੇ ਮਾਲ ਤੋਂ ਹੀ ਬਣਾਇਆ ਜਾਂਦਾ ਹੈ। ਆਮ ਸ਼ਬਦਾਂ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਥੇ ਜਿਹੜੀ ਸੰਸਥਾ ਦੇ ਵਿੱਚ ਕਿਸੇ ਪ੍ਰੋਡਕਟ ਦੀ ਪੈਦਾਵਾਰ ਹੋਵੇ ਉਹਨੂੰ ਉਦਯੋਗ ਕਹਿੰਦੇ ਨੇ। ਪਰ ਉਦਯੋਗ ਸਿਰਫ ਉਸੇ ਨੂੰ ਨਹੀਂ ਕਹਿੰਦੇ ਜਿੱਥੇ ਕਿਸੇ ਪ੍ਰੋਡਕਟ ਦੀ ਪੈਦਾਵਾਰ ਹੋਵੇ, ਬਲਕਿ ਕੋਈ ਵੀ ਅਜਿਹੀ ਸੰਸਥਾ ਜਿਹੜੀ ਕਿਸੇ ਕਿਸਮ ਦੀ ਸੇਵਾ ਪ੍ਰਦਾਨ ਕਰੇ। ਸੇਵਾ ਕਹਿਣ ਦਾ ਭਾਵ ਜਿੱਥੇ ਕਿਸੇ ਚੀਜ਼ ਦੀ ਪੈਦਾਵਾਰ ਨਾ ਹੋਵੇ ਪਰ ਕੋਈ ਨਾ ਕੋਈ ਰੂਪ ਦੇ ਵਿੱਚ ਸੇਵਾ ਪ੍ਰਦਾਨ ਕੀਤੀ ਜਾਵੇ, ਉਸ ਨੂੰ ਵੀ ਉਦਯੋਗ ਕਿਹਾ ਜਾਂਦਾ। ਅਤੇ ਅਜਿਹੀ ਸੇਵਾ ਜ਼ਿਆਦਾਤਰ ਮੁੱਲਵਾਨ ਹੁੰਦੀ ਆ, ਭਾਵ ਪੈਸੇ ਦੇ ਬਦਲੇ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਆਪਾਂ ਇਹਦੀ ਵੀ ਉਦਾਹਰਨ ਲਈਏ, ਕੰਪਿਊਟਰ ਸੈਂਟਰ। ਕੰਪਿਊਟਰ ਸੈਂਟਰ ਵਿੱਚ ਆਪਾਂ ਜਾ ਕੇ ਦੇਖੀਏ ਤਾਂ ਉੱਥੇ ਕਿਸੇ ਚੀਜ਼ ਦੀ ਕੋਈ ਪੈਦਾਵਾਰ ਨਹੀਂ ਹੁੰਦੀ, ਪਰ ਉਹ ਵੀ ਇੱਕ ਉਦਯੋਗ ਜਾਂ ਇੱਕ ਕਿਸਮ ਦਾ ਵਪਾਰ ਹੈ। ਕਿਉਂ? ਕਿਉਂਕਿ ਉੱਥੇ ਆਪਾਂ ਫੀਸ ਦਿੰਦੇ ਹਾਂ ਤੇ ਆਪਾਂ ਨੂੰ ਸੇਵਾ ਦੇ ਰੂਪ ਵਿੱਚ ਕੰਪਿਊਟਰ ਤਕਨਾਲੋਜੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤਾਂ ਇਸ ਤੋਂ ਅਸੀਂ ਕੀ ਸਮਝ ਸਕਦੇ ਹਾਂ ਵੀ ਉਦਯੋਗ ਸਿਰਫ ਅਜਿਹੀ ਸੰਸਥਾ ਨਹੀਂ ਜਿੱਥੇ ਕਿਸੇ ਚੀਜ਼ ਦੀ ਪੈਦਾਵਾਰ ਹੋਵੇ, ਬਲਕਿ ਜਿਹੜੀ ਸੰਸਥਾ ਦੇ ਵਿੱਚ ਕਿਸੇ ਕਿਸਮ ਦੀ ਸੇਵਾ ਵੀ ਪ੍ਰਦਾਨ ਕੀਤੀ ਜਾਵੇ ਉਹਨੂੰ ਵੀ ਆਪਾਂ ਉਦਯੋਗ ਜਾਂ ਵਪਾਰ ਕਹਿ ਸਕਦੇ ਹਾਂ। ਉਦਯੋਗ ਅਤੇ ਵਪਾਰ ਲਗਭਗ ਇੱਕੋ ਕਿਸਮ ਦੀਆਂ ਸ਼ਬਦਾਵਲੀਆਂ ਹਨ। ਉਦਯੋਗ ਅਤੇ ਵਪਾਰ ਲਗਭਗ ਇੱਕੋ ਕਿਸਮ ਦੇ ਸ਼ਬਦ ਹਨ। ਹੁਣ ਆਮ ਤੌਰ ਤੇ ਜਿਹੜੇ ਵੀ ਉਦਯੋਗ ਨੇ ਉਹਨਾਂ ਵਿੱਚ ਅਜਿਹੇ ਪ੍ਰੋਡਕਟ ਜਾਂ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਜਾਂ ਸੇਵਾਵਾਂ ਦਾ ਨਿਰਮਾਣ ਕੀਤਾ ਜਾਂਦਾ ਜਿਹੜੀਆਂ ਮੁੱਲ ਵਿਕਣਯੋਗ ਹੋਣ, ਭਾਵ ਜਿਨ੍ਹਾਂ ਨੂੰ ਤਿਆਰ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਵੇਚਿਆ ਜਾ ਸਕੇ। ਆਪਾਂ ਕੱਪੜੇ ਦੀ ਉਦਾਹਰਨ ਲਈ ਸੀ ਤਾਂ ਕੱਪੜਾ ਇੰਡਸਟਰੀ ਦੇ ਵਿੱਚ ਤਿਆਰ ਹੋਇਆ ਤਾਂ ਉਦੋਂ ਬਾਅਦ ਕਿੱਥੇ ਗਿਆ? ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਵੇਚ ਦਿੱਤਾ ਗਿਆ। ਵੇਚ ਕੇ ਉਦਯੋਗਪਤੀ ਦੁਆਰਾ ਲਾਭ ਕਮਾ ਲਿਆ ਗਿਆ। ਅਗਲੀ ਗੱਲ, ਉਦਯੋਗ ਨੂੰ ਜਿਹੜਾ ਵੀ ਵਿਅਕਤੀ ਸ਼ੁਰੂ ਕਰਦਾ ਉਹਨੂੰ ਆਪਾਂ ਉਦਮੀ ਕਹਿੰਦੇ ਹਾਂ। ਵੈਸੇ ਇਹ ਤੁਸੀਂ ਪਿਛਲੇ ਸਾਲ +1 ਦੇ ਵਿੱਚ ਵੀ ਉਦਮੀ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਹੋਵੇਗੀ। ਪਰ ਆਮ ਸ਼ਬਦਾਂ ਵਿੱਚ ਉਦਮੀ ਅਜਿਹਾ ਵਿਅਕਤੀ ਹੁੰਦਾ ਜਿਹੜਾ ਕਿਸੇ ਉਦਯੋਗ ਦੀ ਸ਼ੁਰੂਆਤ ਕਰਦਾ। ਉਦਮੀ ਨੂੰ ਉਦਯੋਗ ਦੀ ਸ਼ੁਰੂਆਤ ਕਰਨ ਲਈ ਬਹੁਤ ਕੰਮ ਕਰਨੇ ਪੈਂਦੇ ਨੇ। ਬਹੁਤ ਕੰਮ ਦਾ ਮਤਲਬ ਉਹ ਗੁਣਾਂ ਦਾ ਇੱਕ ਭੰਡਾਰ ਹੀ ਹੁੰਦਾ ਜਿਹੜਾ ਲਗਭਗ ਹਰ ਖੇਤਰ ਦੇ ਵਿੱਚ ਮੁਹਾਰਤ ਰੱਖਦਾ ਹੋਵੇ। ਤਦ ਹੀ ਉਹ ਆਪਣੇ ਵਪਾਰ ਨੂੰ ਜਾਂ ਉਦਯੋਗ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕਦਾ।
ਵੈਸੇ ਉਦਮੀ ਦੁਆਰਾ ਕਈ ਕਿਸਮ ਦੇ ਕਾਰਜ ਜਿਵੇਂ ਪੂੰਜੀ ਦਾ ਪ੍ਰਬੰਧ ਅਤੇ ਨਿਵੇਸ਼ ਕਰਨਾ। ਤਾਂ ਹੁਣ ਪੂੰਜੀ ਕੀ ਹੋਈ? ਪੈਸਾ। ਉਦਯੋਗ ਮੁਫਤ 'ਚ ਤਾਂ ਸ਼ੁਰੂ ਹੋ ਨਹੀਂ ਸਕਦਾ। ਸਭ ਤੋਂ ਪਹਿਲਾਂ ਉਦਯੋਗ ਦੀ ਸ਼ੁਰੂਆਤ ਲਈ ਆਪਾਂ ਨੂੰ ਪੂੰਜੀ ਦੀ ਜ਼ਰੂਰਤ ਆ, ਮਤਲਬ ਪੈਸੇ ਦੀ ਜ਼ਰੂਰਤ ਆ। ਦੂਜਾ, ਪ੍ਰੋਡਕਟ ਦਾ ਫੈਸਲਾ ਲੈਣਾ। ਕਿਸੇ ਵਿਅਕਤੀ ਕੋਲ ਜਾਂ ਉਦਮੀ ਕੋਲ ਉਹਨੇ ਪੈਸਾ ਤਾਂ ਇਕੱਠਾ ਕਰ ਲਿਆ, ਪਰ ਹੁਣ ਅਗਲਾ ਸਟੈਪ ਵੀ ਉਹ ਪ੍ਰੋਡਕਟ ਕਿਹੜਾ ਤਿਆਰ ਕਰੇ। ਪ੍ਰੋਡਕਟ ਆਮ ਤੌਰ ਤੇ ਉਹੀ ਤਿਆਰ ਕਰ ਸਕਦਾ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ, ਬਾਜ਼ਾਰ ਦੇ ਵਿੱਚ ਆਸਾਨੀ ਨਾਲ ਵਿਕ ਸਕੇ, ਕਿਉਂਕਿ ਅਖੀਰ 'ਚ ਤਾਂ ਉਹਨੇ ਵੇਚ ਕੇ ਲਾਭ ਹੀ ਕਮਾਉਣਾ। ਇਸ ਤੋਂ ਬਾਅਦ ਹੁਣ ਉਹਨੇ ਪ੍ਰੋਡਕਟ ਵੀ ਮੰਨੋ ਸੋਚ ਲਿਆ, ਤਾਂ ਮਸ਼ੀਨਾਂ, ਉਸ ਪ੍ਰੋਡਕਟ ਦੀ ਤਿਆਰੀ ਲਈ ਮਸ਼ੀਨਾਂ ਕਿਹੜੀਆਂ ਚਾਹੀਦੀਆਂ ਨੇ, ਤਾਂ ਮਸ਼ੀਨਾਂ ਦੇ ਨਾਲ ਹੀ ਉਹ ਮਸ਼ੀਨਾਂ ਨੂੰ ਫਿੱਟ ਕਿੱਥੇ ਕੀਤਾ ਜਾਊ, ਤਾਂ ਜਗ੍ਹਾ ਦਾ ਪ੍ਰਬੰਧ। ਇਸ ਤੋਂ ਬਾਅਦ ਹੁਣ ਇਕੱਲਾ ਉਦਮੀ ਵੱਧ ਤੋਂ ਵੱਧ ਇੱਕ ਬੰਦੇ ਦਾ ਕੰਮ ਕਰ ਸਕਦਾ, ਪਰ ਕਿਸੇ ਉਦਯੋਗ ਨੂੰ ਚਲਾਉਣ ਲਈ ਜ਼ਿਆਦਾਤਰ, ਕਿਸੇ ਮੱਧ ਪੱਧਰ ਦੇ ਉਦਯੋਗ ਨੂੰ ਚਲਾਉਣ ਲਈ ਵੀ 5, 7, 10, 20 ਮੁਲਾਜ਼ਮਾਂ ਦੀ ਜ਼ਰੂਰਤ ਜਾਂ ਕਰਮਚਾਰੀਆਂ ਦੀ ਜ਼ਰੂਰਤ ਹੁੰਦੀ ਆ। ਵੈਸੇ ਕਰਮਚਾਰੀਆਂ ਦੀ ਜ਼ਰੂਰਤ ਉਦਯੋਗ ਦੇ ਆਕਾਰ ਤੇ ਨਿਰਭਰ ਕਰਦੀ ਆ। ਆਕਾਰ ਵੱਡਾ ਤਾਂ ਕਰਮਚਾਰੀ ਜ਼ਿਆਦਾ, ਆਕਾਰ ਛੋਟਾ ਤਾਂ ਕਰਮਚਾਰੀ ਘੱਟ। ਪਰ ਫਿਰ ਵੀ ਕਰਮਚਾਰੀਆਂ ਦੀ ਭਰਤੀ ਕਰਨਾ ਵੀ ਉਦਮੀ ਦਾ ਇੱਕ ਕਾਰਜ ਹੁੰਦਾ। ਵੈਸੇ ਉਦਮੀ ਇਸ ਤੋਂ ਬਿਨਾਂ ਵੀ ਉਦਯੋਗ ਦੀ ਸ਼ੁਰੂਆਤ ਲਈ ਬੜੇ ਕਾਰਜ ਕਰਦਾ, ਪਰ ਇਸ ਬਾਰੇ ਜਾਣਕਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਪ੍ਰਾਪਤ ਕਰਾਂਗੇ। ਭਾਵ ਉਦਮੀ ਕਿਹੜੇ ਪੜਾਵਾਂ ਦੇ ਰਾਹੀਂ ਕਿਸੇ ਉਦਯੋਗ ਦੀ ਸ਼ੁਰੂਆਤ ਕਰਦਾ। ਇਸ ਤੋਂ ਬਾਅਦ ਉਦਯੋਗਿਕ ਇਕਾਈ, ਭਾਵ ਉਦਯੋਗ, ਉਹਦਾ ਆਕਾਰ ਵੀ ਵੱਖ-ਵੱਖ ਹੋ ਸਕਦਾ। ਇਹ ਆਕਾਰ ਆ ਜਿਹੜਾ ਉਹ ਤੁਹਾਡੇ ਦੁਆਰਾ ਕੀਤਾ ਗਿਆ ਨਿਵੇਸ਼ ਰਾਸ਼ੀ, ਭਾਵ ਤੁਹਾਡੇ ਦੁਆਰਾ ਕਿੰਨੀ ਰਾਸ਼ੀ ਜਾਂ ਪੂੰਜੀ ਨੂੰ ਖਰਚ ਕੀਤਾ ਗਿਆ ਉਦਯੋਗ ਦੀ ਸ਼ੁਰੂਆਤ ਲਈ, ਉਹਦੀ ਮਾਤਰਾ ਅਤੇ ਪ੍ਰੋਡਕਟ ਦੀ ਕਿਸਮ ਆਦਿ ਕਈ ਪੱਖਾਂ ਉੱਪਰ ਨਿਰਭਰ ਕਰਦਾ। ਭਾਵ ਉਦਯੋਗਿਕ ਇਕਾਈ ਦਾ ਆਕਾਰ ਵੱਡਾ ਜਾਂ ਛੋਟਾ ਹੋ ਸਕਦਾ। ਇਸੇ ਦੇ ਆਧਾਰ ਤੇ ਇਹਨਾਂ ਨੂੰ ਕਈ ਕਿਸਮਾਂ ਵਿੱਚ ਵੀ ਵੰਡਿਆ ਜਾਂਦਾ। ਅਗਲੀ ਗੱਲ, ਆਪਾਂ ਹੁਣ ਦੂਜੇ ਟੌਪਿਕ ਉਦਯੋਗ ਦੀਆਂ ਕਿਸਮਾਂ ਤੇ ਆਈਏ। ਉਦਯੋਗ ਦੀਆਂ ਕਿਸਮਾਂ ਨੂੰ ਵੱਖ-ਵੱਖ ਆਧਾਰਾਂ ਤੇ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾ ਸਕਦਾ। ਅਜਿਹੇ ਆਧਾਰ ਉਦਯੋਗ ਦਾ ਆਕਾਰ, ਉਦਯੋਗ ਦੀ ਪ੍ਰਕਿਰਤੀ, ਨਿਵੇਸ਼ ਦੀ ਮਾਤਰਾ ਆਦਿ ਹੁੰਦੇ ਹਨ। ਹੁਣ ਉਦਯੋਗ ਦਾ ਆਕਾਰ, ਜੇ ਵੱਡਾ ਉਦਯੋਗ ਆ, ਛੋਟਾ ਉਦਯੋਗ ਆ, ਲਘੂ ਉਦਯੋਗ ਆ, ਮੱਧ ਪੱਧਰ ਉਦਯੋਗ ਆ। ਉਦਯੋਗ ਦੀ ਪ੍ਰਕਿਰਤੀ ਭਾਵ ਸੇਵਾ ਉਦਯੋਗ ਆ ਜਾਂ ਉਤਪਾਦਨ ਉਦਯੋਗ ਆ। ਤੀਜੀ, ਨਿਵੇਸ਼ ਦੀ ਮਾਤਰਾ, ਭਾਵ ਇੱਕ ਬੰਦੇ ਨੇ ਲੱਖ ਰੁਪਏ ਲਾਉਣਾ, ਇੱਕ ਬੰਦੇ ਨੇ 5 ਲੱਖ ਰੁਪਏ ਲਾਉਣਾ, ਤਾਂ ਦੋਨਾਂ ਗੱਲਾਂ ਦੇ ਵਿੱਚ ਫਰਕ ਆ। ਦੋਨਾਂ ਦੀ ਉਦਯੋਗਾਂ ਦੀਆਂ ਕਿਸਮਾਂ ਅਲੱਗ-ਅਲੱਗ ਹੋਣਗੀਆਂ। ਪਰ ਅਸਲ ਵਿੱਚ ਆਪਾਂ ਉਦਯੋਗ ਦੀ ਪ੍ਰਕਿਰਤੀ ਦੇ ਆਧਾਰ ਤੇ ਆਪਾਂ ਇਸ ਨੂੰ ਦੋ ਕਿਸਮਾਂ ਵਿੱਚ ਵੰਡਦੇ ਹਾਂ। ਪਹਿਲਾ ਹੁੰਦਾ ਨਿਰਮਾਣ ਉਦਯੋਗ, ਦੂਜਾ ਹੁੰਦਾ ਸੇਵਾ ਉਦਯੋਗ। ਪਹਿਲਾ ਨਿਰਮਾਣ ਉਦਯੋਗ, ਦੂਜਾ ਸੇਵਾ ਉਦਯੋਗ। ਹੁਣ ਸੇਵਾ ਉਦਯੋਗ ਬਾਰੇ ਜਾਣਕਾਰੀ, ਹੁਣ ਆਪਾਂ ਉਦਯੋਗ ਦੀ ਪਹਿਲੀ ਕਿਸਮ ਨਿਰਮਾਣ ਉਦਯੋਗ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨਿਰਮਾਣ ਦਾ ਅੰਗਰੇਜ਼ੀ ਅਨੁਵਾਦ, ਨਿਰਮਾਣ ਸ਼ਬਦ ਦਾ ਅੰਗਰੇਜ਼ੀ ਅਨੁਵਾਦ ਮੈਨੂਫੈਕਚਰ ਹੁੰਦਾ ਹੈ। ਮੈਨੂਫੈਕਚਰ ਦਾ ਅਰਥ ਹੈ ਪੈਦਾ ਕਰਨਾ ਜਾਂ ਬਣਾਉਣਾ। ਭਾਵ ਇਹ ਅਜਿਹੇ ਉਦਯੋਗ ਹੁੰਦੇ ਨੇ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਵੇ ਜਾਂ ਕੋਈ ਨਾ ਕੋਈ ਪ੍ਰੋਡਕਟ ਬਣਾਇਆ ਜਾਵੇ। ਇਸ ਪ੍ਰਕਾਰ ਦੇ ਉਦਯੋਗਾਂ ਵਿੱਚ ਕੱਚੇ ਮਾਲ ਦੀ ਵਰਤੋਂ ਕਰਕੇ ਕਿਸੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਂਦੀ ਹੈ। ਇਹ ਆਪਾਂ ਪਹਿਲਾਂ ਵੀ ਸਟੱਡੀ ਕਰ ਚੁੱਕੇ ਹਾਂ ਵੀ ਕੱਚੇ ਮਾਲ ਤੋਂ ਹੀ ਕੋਈ ਨਾ ਕੋਈ ਪ੍ਰੋਡਕਟ ਤਿਆਰ ਹੁੰਦਾ, ਜਿਵੇਂ ਧਾਗੇ ਤੋਂ ਕੱਪੜਾ। ਇਹਨਾਂ ਉਦਯੋਗਾਂ ਵਿੱਚ ਜ਼ਿਆਦਾਤਰ ਮਸ਼ੀਨਾਂ ਅਤੇ ਹੋਰ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆਪਾਂ ਦੇਖਦੇ ਹੀ ਹਾਂ ਜਿੰਨਾ ਵੀ ਕੰਪਨੀਆਂ ਦੇ ਵਿੱਚ ਪ੍ਰੋਡਕਟ ਬਣਦੇ ਨੇ ਉਹਨਾਂ ਵਿੱਚ ਵੱਡੀਆਂ ਵੱਡੀਆਂ ਮਸ਼ੀਨਾਂ ਹੁੰਦੀਆਂ, ਬਹੁਤ ਗਿਣਤੀ ਮਸ਼ੀਨਾਂ ਹੁੰਦੀਆਂ ਨੇ। ਜ਼ਿਆਦਾਤਰ, ਪੱਕਾ ਨਹੀਂ ਕਹਿ ਸਕਦੇ, ਇੱਕ ਮਸ਼ੀਨ ਨਾਲ ਵੀ ਉਦਯੋਗ ਸ਼ੁਰੂ ਹੋ ਜਾਂਦਾ, ਪਰ ਜ਼ਿਆਦਾਤਰ ਮਸ਼ੀਨਾਂ ਹੀ ਹੁੰਦੀਆਂ ਨੇ। ਇਸ ਕਿਸਮ ਦੇ ਉਦਯੋਗ ਦੀਆਂ ਉਦਾਹਰਨਾਂ ਕੱਪੜਾ ਤਿਆਰ ਕਰਨਾ, ਜੁੱਤੇ ਬਣਾਉਣੇ, ਕੰਪਿਊਟਰ ਦੇ ਹਿੱਸੇ ਬਣਾਉਣੇ, ਬਿਜਲੀ ਅਤੇ ਇਲੈਕਟ੍ਰੋਨਿਕਸ ਦਾ ਸਮਾਨ ਬਣਾਉਣਾ, ਮੋਬਾਈਲ ਬਣਾਉਣੇ ਆਦਿ ਹਨ। ਇਹਨਾਂ ਉਦਯੋਗਾਂ ਵਿੱਚ ਮੰਡੀ ਜਾਂ ਮਾਰਕੀਟ ਦੀ ਮੰਗ ਦੇ ਮੁਤਾਬਕ ਉਦਮੀ ਉਚਿਤ ਪ੍ਰੋਡਕਟ ਦੀ ਚੋਣ ਕਰਨ ਉਪਰੰਤ
ਮਾਰਕੀਟ ਦੀ ਮੰਗ ਦੇ ਮੁਤਾਬਕ ਉਚਿਤ ਪ੍ਰੋਡਕਟ ਦੀ ਚੋਣ। ਭਾਵ ਉਦਮੀ ਮਾਰਕੀਟ ਵਿੱਚ ਜਾਂਦਾ, ਉਦਯੋਗ ਦੀ ਸ਼ੁਰੂਆਤ ਤੋਂ ਪਹਿਲਾਂ ਮਾਰਕੀਟ ਦੇ ਵਿੱਚ ਜਾਂਦਾ, ਉੱਥੇ ਦੇਖਦਾ ਵੀ ਕਿਹੜੇ ਪ੍ਰੋਡਕਟ ਦੀ ਵੱਧ ਤੋਂ ਵੱਧ ਸੇਲ ਹੋ ਸਕਦੀ ਆ, ਕਿਹੜੇ ਪ੍ਰੋਡਕਟ ਦੀ ਜ਼ਿਆਦਾ ਤੋਂ ਜ਼ਿਆਦਾ ਮੰਗ ਆ, ਮਤਲਬ ਲੋਕ ਕਿਹੜੇ ਪ੍ਰੋਡਕਟ ਦੀ ਇੱਛਾ ਰੱਖਦੇ ਨੇ ਜਾਂ ਕਿਹੜੇ ਪ੍ਰੋਡਕਟ ਨੂੰ ਖਰੀਦਣਾ ਚਾਹੁੰਦੇ ਨੇ। ਉਹ ਅਜਿਹੇ ਹੀ ਪ੍ਰੋਡਕਟ ਦੀ ਚੋਣ ਕਰਦਾ ਜਿਹਦੀ ਮੰਗ ਜ਼ਿਆਦਾ ਹੋਵੇ। ਹੁਣ ਉਹ ਉਚਿਤ ਪ੍ਰੋਡਕਟ ਦੀ ਚੋਣ ਕਰਨ ਉਪਰੰਤ ਇਸ ਪ੍ਰੋਡਕਟ ਦੇ ਉਤਪਾਦਨ ਲਈ ਪ੍ਰੋਡਕਟ ਵੀ ਚੁਣ ਲਿਆ। ਫਿਰ ਇਸ ਪ੍ਰੋਡਕਟ ਦੇ ਉਤਪਾਦਨ ਲਈ ਉਦਯੋਗ ਵਿੱਚ ਕੱਚੇ ਮਾਲ, ਮਸ਼ੀਨਰੀ, ਕਰਮਚਾਰੀ, ਜਗ੍ਹਾ ਆਦਿ ਸਾਰੀਆਂ ਵਸਤੂਆਂ ਦਾ ਪ੍ਰਬੰਧ ਕਰਦਾ ਤੇ ਫਿਰ ਪ੍ਰੋਡਕਟ ਬਣਾਉਣਾ ਸ਼ੁਰੂ ਕਰ ਦਿੰਦਾ। ਹਾਂ, ਪ੍ਰੋਡਕਟ ਦੇ ਵਿੱਚ ਜਿਹੜਾ ਕੱਚਾ ਮਾਲ ਆ ਉਹ ਆਪਾਂ ਪਹਿਲਾਂ ਪ੍ਰਬੰਧਿਤ ਕਰਦੇ ਹਾਂ। ਸਭ ਤੋਂ ਪਹਿਲਾਂ ਕੱਚਾ ਮਾਲ ਲਿਆਉਂਦੇ, ਫਿਰ ਹੀ ਆਪਾਂ ਪ੍ਰੋਡਕਟ ਤਿਆਰ ਕਰਾਂਗੇ। ਹੁਣ ਪ੍ਰੋਡਕਟ ਤਿਆਰ ਹੋ ਗਿਆ, ਪ੍ਰੋਡਕਟ ਉੱਪਰ ਆਪਣਾ ਮਾਰਕਾ ਲਗਾ ਕੇ, ਮਤਲਬ ਆਪਣੀ ਮੋਹਰ ਲਗਾ ਕੇ, ਆਪਣਾ ਨਾਮ ਦੇ ਕੇ ਉਦਮੀ ਉਸ ਪ੍ਰੋਡਕਟ ਨੂੰ ਮਾਰਕੀਟ ਦੇ ਵਿੱਚ ਸੇਲ ਕਰ ਦਿੰਦਾ। ਜ਼ਿਆਦਾਤਰ ਨਿਰਮਾਣ ਉਦਯੋਗਾਂ ਦੀ ਸ਼ੁਰੂਆਤ ਵਿੱਚ ਲਾਗਤ ਬਹੁਤ ਜ਼ਿਆਦਾ ਹੁੰਦੀ ਆ। ਕਿਉਂ? ਕਿਉਂਕਿ ਇਹਨਾਂ ਵਿੱਚ ਮਸ਼ੀਨਾਂ ਵੀ ਚਾਹੀਦੀਆਂ ਨੇ, ਜਗ੍ਹਾ ਵੀ ਜ਼ਿਆਦਾ ਚਾਹੀਦੀ ਹੈ ਮਸ਼ੀਨਾਂ ਨੂੰ ਲਗਾਉਣ ਲਈ, ਕੱਚਾ ਮਾਲ ਵੀ ਖਰੀਦਦਾਰੀ ਕਰਨੀ ਆ, ਕਰਮਚਾਰੀ ਵੀ ਜ਼ਿਆਦਾ ਚਾਹੀਦੇ ਨੇ। ਇਹਨਾਂ ਖਰਚਿਆਂ ਕਰਕੇ ਇਹਦੇ ਵਿੱਚ ਸ਼ੁਰੂਆਤ ਦੀ ਲਾਗਤ ਜ਼ਿਆਦਾਤਰ ਜ਼ਿਆਦਾ ਹੁੰਦੀ ਆ। ਹੁਣ ਅਜਿਹੇ ਉਦਯੋਗ ਦੀ ਉਦਾਹਰਨਾਂ ਦੇਖੋ। ਪਹਿਲਾ ਟੈਕਸਟਾਈਲ ਉਦਯੋਗ, ਮਤਲਬ ਜਿੱਥੇ ਕੱਪੜਾ ਬਣਦਾ। ਲੈਦਰ ਉਦਯੋਗ, ਜਿੱਥੇ ਕੋਈ ਸ਼ੂਜ਼ ਬਣਦੇ ਨੇ, ਜੁੱਤੇ ਬਣਦੇ ਨੇ। ਕੰਪਿਊਟਰ ਪਾਰਟਸ ਕੰਪਨੀਆਂ, ਜਿੱਥੇ ਕੰਪਿਊਟਰ ਦੇ ਵੱਖ-ਵੱਖ ਹਿੱਸੇ, ਆਪਾਂ ਮਾਊਸ ਦੇ ਕੋਈ ਯੂਜ਼ ਕਰਦੇ ਹਾਂ, ਕੀਬੋਰਡ ਯੂਜ਼ ਕਰਦੇ ਹਾਂ ਕੰਪਿਊਟਰ ਦਾ, ਇਹ ਵੀ ਸਾਰੇ ਕਿਸੇ ਨਾ ਕਿਸੇ ਕੰਪਨੀ ਚੋਂ ਜਾਂ ਉਦਯੋਗ ਚੋਂ ਹੀ ਬਣ ਕੇ ਆਉਂਦੇ ਨੇ। ਕਾਗਜ਼ ਉਦਯੋਗ, ਜਿੱਥੇ ਕਾਗਜ਼ ਦੀ ਪੈਦਾਵਾਰ ਹੁੰਦੀ ਆ। ਟਰੈਕਟਰ ਉਦਯੋਗ, ਜਿੱਥੇ ਟਰੈਕਟਰ ਬਣਦੇ ਨੇ। ਕਾਰ ਉਦਯੋਗ ਆਦਿ, ਇਹ ਸਾਰੀਆਂ ਨਿਰਮਾਣ ਉਦਯੋਗ ਦੀਆਂ ਉਦਾਹਰਨਾਂ ਸੀ। ਹੁਣ ਨਿਰਮਾਣ ਉਦਯੋਗ ਦੀਆਂ 20 ਅੱਗੋਂ 3 ਕਿਸਮਾਂ ਹੁੰਦੀਆਂ ਨੇ, ਜਿਹੜੀਆਂ ਕਿਸਮਾਂ ਉਹਦੇ ਵਿੱਚ ਕੀਤੀ ਜਾਣ ਵਾਲੀ ਲਾਗਤ ਅਤੇ ਕਰਮਚਾਰੀਆਂ ਦੀ ਗਿਣਤੀ ਤੇ ਨਿਰਭਰ ਕਰਦੀਆਂ ਨੇ। ਪਹਿਲੀ ਕਿਸਮ ਹੁੰਦੀ ਆ ਅਤੀ ਲਘੂ ਨਿਰਮਾਣ ਉਦਯੋਗ, ਇੰਗਲਿਸ਼ ਦੇ ਵਿੱਚ ਮਾਈਕਰੋ ਮੈਨੂਫੈਕਚਰਿੰਗ ਐਂਟਰਪ੍ਰਾਈਜ਼। ਜਿਵੇਂ ਲਿਖਿਆ ਹੋਇਆ ਦੇਖੋ, ਇਸ ਪ੍ਰਕਾਰ ਦੇ ਨਿਰਮਾਣ ਉਦਯੋਗ ਵਿੱਚ ਪਲਾਂਟ ਅਤੇ ਮਸ਼ੀਨਰੀ ਉੱਪਰ, ਪਲਾਂਟ ਮਤਲਬ ਜਗ੍ਹਾ ਹੋ ਗਈ, ਫੈਕਟਰੀ ਹੋ ਗਈ ਸਾਰੀ ਜਿਹੜੀ ਬਣੀ ਆ, ਅਤੇ ਮਸ਼ੀਨਰੀ ਉੱਪਰ ਲਾਗਤ 25 ਲੱਖ ਰੁਪਏ ਜਾਂ ਇਸ ਤੋਂ ਘੱਟ ਹੁੰਦੀ ਆ, ਅਤੇ ਇਹਨਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਵੀ ਲਗਭਗ 10 ਜਾਂ ਇਸ ਤੋਂ ਘੱਟ ਹੁੰਦੀ ਆ। ਮਤਲਬ ਕਰਮਚਾਰੀ ਵੀ ਸਿਰਫ 10 ਜਾਂ ਇਸ ਤੋਂ ਘੱਟ ਤੇ ਲਾਗਤ ਵੀ 25 ਲੱਖ ਰੁਪਏ ਜਾਂ ਇਸ ਤੋਂ ਘੱਟ। ਅਜਿਹੇ ਉਦਯੋਗ ਜ਼ਰੂਰਤਾਂ ਦੀ ਪੂਰਤੀ ਦੇ ਆਧਾਰ ਤੇ ਚਲਾਏ ਜਾਂਦੇ ਨੇ, ਮਤਲਬ ਜਿਹੜੇ ਪ੍ਰੋਡਕਟ ਦੀ ਜ਼ਰੂਰਤ ਆ ਉਸੇ ਲਈ ਉਦਯੋਗ ਚਲਾ ਦਿੱਤਾ ਜਾਂਦਾ। ਦੂਜੀ ਕਿਸਮ ਲਘੂ ਨਿਰਮਾਣ ਉਦਯੋਗ। ਇਸ ਪ੍ਰਕਾਰ ਦੇ ਨਿਰਮਾਣ ਉਦਯੋਗ ਵਿੱਚ ਪਲਾਂਟ ਅਤੇ ਮਸ਼ੀਨਰੀ ਉੱਪਰ ਲਾਗਤ 25 ਲੱਖ ਰੁਪਏ ਤੋਂ ਜ਼ਿਆਦਾ ਪਰ 5 ਕਰੋੜ ਰੁਪਏ ਤੋਂ ਘੱਟ, ਮਤਲਬ 25 ਲੱਖ ਤੋਂ 5 ਕਰੋੜ ਰੁਪਏ ਦੇ ਵਿਚਕਾਰ ਹੁੰਦੀ ਆ। ਅਤੇ ਇਹਨਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਵੀ ਲਗਭਗ 50 ਜਾਂ ਇਸ ਤੋਂ ਘੱਟ ਹੁੰਦੀ ਆ। ਜਿਵੇਂ ਪਹਿਲੇ ਦੇ ਵਿੱਚ 10 ਸੀ, 10 ਤੋਂ ਘੱਟ ਸੀ, ਪਰ ਇਸ ਦੇ ਵਿੱਚ 50 ਜਾਂ 50 ਤੋਂ ਘੱਟ। ਅਜਿਹੇ ਉਦਯੋਗ ਛੋਟੇ ਪੱਧਰ ਦਾ ਲਾਭ ਕਮਾਉਣ ਦੇ ਉਦੇਸ਼ ਤੋਂ ਚਲਾਏ ਜਾਂਦੇ ਨੇ, ਵੀ ਥੋੜਾ ਬਹੁਤਾ ਆਪਾਂ ਲਾਭ ਕਮਾਉਣਾ ਚਾਹੁੰਦੇ, ਜ਼ਿਆਦਾ ਵੱਡੇ ਲੈਵਲ ਤੇ ਨਹੀਂ। ਮੱਧ ਪੱਧਰ ਦੇ ਨਿਰਮਾਣ ਉਦਯੋਗ। ਇਸ ਪ੍ਰਕਾਰ ਦੇ ਨਿਰਮਾਣ ਉਦਯੋਗਾਂ ਵਿੱਚ ਪਲਾਂਟ ਅਤੇ ਮਸ਼ੀਨਰੀ ਉੱਪਰ ਲਾਗਤ 5 ਕਰੋੜ ਤੋਂ ਲੈ ਕੇ 10 ਕਰੋੜ, ਮਤਲਬ 5 ਕਰੋੜ ਤੋਂ 10 ਕਰੋੜ ਦੇ ਵਿੱਚ ਰੁਪਏ ਲਗਾ ਕੇ। ਇਹਨਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਵੀ 250 ਜਾਂ ਇਸ ਤੋਂ ਜ਼ਿਆਦਾ ਹੁੰਦੀ ਆ। ਅਜਿਹੇ ਉਦਯੋਗ ਵੱਡੇ ਪੱਧਰ ਦਾ ਲਾਭ ਕਮਾਉਣ ਲਈ ਚਲਾਏ ਜਾਂਦੇ ਨੇ, ਵੱਡੇ ਪੱਧਰ ਦਾ ਲੱਖਾਂ ਰੁਪਇਆ ਕਮਾਉਣਾ ਚਾਹੁੰਦਾ ਜਿਹੜਾ ਇਨਸਾਨ, ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਉਦੇਸ਼ ਤੋਂ ਚਲਾਏ ਜਾਂਦੇ ਨੇ। ਵੀ ਕੋਈ ਇਨਸਾਨ ਅਮੀਰ ਬਣ ਕੇ ਆਪਣੀ ਮਾਰਕੀਟ ਜਾਂ ਸਮਾਜਿਕ ਸਥਿਤੀ ਨੂੰ ਉੱਚਾ ਚੁੱਕਣਾ ਚਾਹੁੰਦਾ, ਉਸ ਲਈ ਵੀ ਇਹ ਉਦਯੋਗ ਚਲਾਏ ਜਾਂਦੇ ਨੇ। ਹੁਣ ਆਪਾਂ ਉਦਯੋਗ ਦੀ ਦੂਜੀ ਕਿਸਮ ਸੇਵਾ ਉਦਯੋਗ ਬਾਰੇ ਪੜਾਂਗੇ। ਸੇਵਾ ਉਦਯੋਗ, ਜਿਵੇਂ ਨਾਮ ਤੋਂ ਹੀ ਪਤਾ ਚੱਲਦਾ, ਇਸ ਕਿਸਮ ਦੇ ਉਦਯੋਗਾਂ ਵਿੱਚ ਕਿਸੇ ਪ੍ਰੋਡਕਟ ਦੀ ਪੈਦਾਵਾਰ ਕਰਨ ਦੀ ਬਜਾਏ ਉਦਮੀ ਦੁਆਰਾ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਮਤਲਬ ਉਦਮੀ ਆਪਦੇ ਕੋਲ ਪ੍ਰੋਡਕਟ ਨਹੀਂ ਬਣਾਉਂਦਾ, ਕਿਸੇ ਵੀ ਕਿਸਮ ਦਾ ਪ੍ਰੋਡਕਟ ਨਹੀਂ ਬਣਾਇਆ ਜਾਂਦਾ, ਨਾ ਇੱਥੇ ਕੋਈ ਕੱਚਾ ਮਾਲ ਆਉਂਦਾ, ਪਰ ਇੱਥੇ ਉਦਮੀ ਕੋਈ ਨਾ ਕੋਈ ਅਜਿਹੀ ਸੇਵਾ ਪ੍ਰਦਾਨ ਕਰਦਾ ਜਿਹਦੇ ਬਦਲੇ ਉਹ ਗ੍ਰਾਹਕ ਤੋਂ ਪੈਸਾ ਲੈਂਦਾ। ਜਿਵੇਂ ਕੰਪਿਊਟਰ ਸੈਂਟਰ ਦੇ ਵਿੱਚ ਆਪਾਂ ਟਿਊਸ਼ਨ ਪੜ੍ਹਦੇ ਹਾਂ ਜਾਂ ਕੰਪਿਊਟਰ ਦਾ ਕੋਈ ਕੋਰਸ ਕਰਦੇ ਹਾਂ, ਉਹਦੀ ਫੀਸ ਦਿੰਦੇ ਹਾਂ, ਫੀਸ ਦੇ ਬਦਲੇ ਕੰਪਿਊਟਰ ਸੈਂਟਰ ਵਾਲਾ ਵਿਅਕਤੀ, ਮਤਲਬ ਉਦਮੀ, ਸੇਵਾ ਉਦਯੋਗ ਦਾ ਉਦਮੀ, ਉਹ ਆਪਾਂ ਨੂੰ ਸੇਵਾ ਮਤਲਬ ਕੰਪਿਊਟਰ ਦੀ ਸਿੱਖਿਆ ਪ੍ਰਦਾਨ ਕਰਦਾ ਸੇਵਾ ਦੇ ਰੂਪ ਵਿੱਚ।
ਅਤੇ ਆਪਣੀ ਮਿਹਨਤ ਦਾ ਮੁੱਲ ਵਸੂਲ ਕਰਦਾ। ਇਹਨਾਂ ਵਿੱਚ ਲੋਕਾਂ ਦੀਆਂ ਵੱਖ-ਵੱਖ ਖੇਤਰਾਂ ਵਿਚਲੀਆਂ ਸਹੂਲਤਾਂ ਨੂੰ ਪੂਰਾ ਕੀਤਾ ਜਾਂਦਾ। ਮਤਲਬ ਲੋਕਾਂ ਦੀਆਂ ਸਹੂਲਤਾਂ, ਜਿਵੇਂ ਡਾਕਖਾਨਾ ਵੀ ਸੇਵਾ ਪ੍ਰਦਾਨ ਕਰਦਾ, ਉਹ ਲੋਕਾਂ ਦੀ ਕਿਹੜੀ ਸਹੂਲਤ ਨੂੰ ਪੂਰਾ ਕਰਦਾ? ਡਾਕ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਣ ਦੇ ਵਿੱਚ। ਇਹਨਾਂ ਉਦਯੋਗਾਂ ਵਿੱਚ ਨਿਰਮਾਣ ਉਦਯੋਗਾਂ ਦੇ ਮੁਕਾਬਲੇ ਖਰਚਾ ਘੱਟ ਆਉਂਦਾ, ਪਰੰਤੂ ਜੇਕਰ ਅਜਿਹੇ ਉਦਯੋਗ ਇੱਕ ਟੀਮ ਦੁਆਰਾ ਮਿਲ ਕੇ ਵੱਡੇ ਪੱਧਰ ਤੇ ਸ਼ੁਰੂ ਕੀਤੇ ਜਾਣ ਤਾਂ ਇਹ ਲਾਗਤ ਜ਼ਿਆਦਾ ਵੀ ਹੋ ਸਕਦੀ ਹੈ। ਉਦਾਹਰਣ ਵਜੋਂ ਦੇਖੋ, ਜੇਕਰ ਇੱਕ ਵਿਅਕਤੀ ਕਹਿੰਦਾ ਮੈਨੂੰ ਵੈਬਸਾਈਟ ਬਣਾਉਣੀ ਆਉਂਦੀ ਆ, ਜਾਂ ਕੰਪਿਊਟਰ ਸੈਂਟਰ ਦੀ ਆਪਾਂ ਉਦਾਹਰਣ ਲਈਏ, ਇੱਕ ਪਰਸਨ ਨੇ ਕੰਪਿਊਟਰ ਸੈਂਟਰ ਇਕੱਲੇ ਨੇ ਸ਼ਹਿਰ ਲੈਵਲ ਤੇ ਜਾਂ ਪਿੰਡ ਲੈਵਲ ਤੇ ਖੋਲ ਲਿਆ, 5 ਕੰਪਿਊਟਰ ਲਗਾਏ, ਉਹਦੀ ਲਾਗਤ ਬਹੁਤ ਘੱਟ ਸੀ ਤੇ ਚੱਲ ਪਿਆ। ਪਰ ਜੇਕਰ ਇਹਦੀ ਬਜਾਏ 10 ਬੰਦੇ ਮਿਲ ਕੇ ਉਹ ਕਹਿੰਦੇ ਵੀ ਆਪਾਂ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਇੱਕ ਬ੍ਰਾਂਚ ਖੋਲਾਂਗੇ ਆਪਦੀ, ਤਾਂ ਉਹਨਾਂ ਦੀ ਲਾਗਤ ਬਹੁਤ ਜ਼ਿਆਦਾ ਹੋ ਜਾਂਦੀ ਹੈ। ਪਰ ਸਿਰਫ ਤਾਂ ਜੇਕਰ ਉਹ ਟੀਮ ਦੇ ਰੂਪ ਵਿੱਚ ਕੰਮ ਕਰਦੇ ਨੇ, ਵੱਡੇ ਲੈਵਲ ਤੇ ਕੰਮ ਕਰਦੇ ਨੇ, ਤਦ। ਇਸ ਪ੍ਰਕਾਰ ਦੇ ਉਦਯੋਗ ਦੀਆਂ ਉਦਾਹਰਨਾਂ ਇੰਟਰਨੈਟ ਕੈਫੇ, ਡੈਂਟਿੰਗ, ਪੈਂਟਿੰਗ, ਕਮਿਸ਼ਨ ਏਜੰਟ, ਟਾਈਪਿਸਟ, ਵੈਬਸਾਈਟ ਡਿਵੈਲਪਰ, ਬਿਊਟੀ ਪਾਰਲਰ, ਦਰਜੀ, ਅਕਾਊਂਟੈਂਟ ਆਦਿ ਹਨ। ਇਹ ਉਦਯੋਗ ਜ਼ਿਆਦਾਤਰ ਉਦਮੀ ਦੇ ਦਿਮਾਗ ਜਾਂ ਹੱਥੀ ਕਲਾ ਉੱਪਰ ਆਧਾਰਿਤ ਹੁੰਦੇ ਹਨ। ਹਾਂ, ਇਹਦੇ ਵਿੱਚ ਇਹ ਇੰਪੋਰਟੈਂਟ ਲਾਈਨ ਆ, ਇਹ ਉਦਯੋਗ ਜ਼ਿਆਦਾਤਰ ਉਦਮੀ ਦੇ ਦਿਮਾਗ ਜਾਂ ਹੱਥੀ ਕਲਾ। ਦੇਖੋ, ਜਿਵੇਂ ਟਾਈਪਿਸਟ ਆਪਦੀ ਸੇਵਾ ਪ੍ਰਦਾਨ ਕਰਦਾ, ਪਰ ਉਹਦੀ ਹੱਥੀ ਕਲਾ ਦਾ ਮੁੱਲ ਮਿਲਦਾ ਉਸ ਨੂੰ। ਅਕਾਊਂਟੈਂਟ ਆ, ਉਹਨੂੰ ਆਪਣੇ ਦਿਮਾਗੀ ਕਲਾ ਦਾ ਮੁੱਲ ਮਿਲਦਾ। ਇਹਨਾਂ ਉਦਯੋਗਾਂ ਵਿੱਚ ਮਸ਼ੀਨਾਂ ਦੀ ਵਰਤੋਂ ਨਾ ਮਾਤਰੀ ਕੀਤੀ ਜਾਂਦੀ ਆ। ਮਤਲਬ ਜਿਵੇਂ ਟਾਈਪਿਸਟ ਆ, ਉਹ ਏਡੀ ਜ਼ਿਆਦਾ ਵੱਡੀ ਸੇਵਾ ਪ੍ਰਦਾਨ ਕਰ ਰਿਹਾ, ਪਰੰਤੂ ਸਿਰਫ ਇੱਕ ਕੰਪਿਊਟਰ ਦੀ ਵਰਤੋਂ ਨਾਲ। ਹੁਣ ਸੇਵਾ ਉਦਯੋਗ ਦੀਆਂ ਵੀ ਉਦਾਹਰਨਾਂ ਨੇ, ਜਿਵੇਂ ਬੈਂਕਿੰਗ ਸੇਵਾ, ਡਾਕ ਸੇਵਾ, ਰੇਲਵੇ ਸੇਵਾ, ਬੱਸ ਸੇਵਾ, ਧੋਬੀ ਦਾ ਕੰਮ, ਇੰਟਰਨੈਟ ਕੈਫੇ, ਕੰਪਿਊਟਰ ਸੈਂਟਰ, ਅਕਾਊਂਟੈਂਟ ਦਾ ਕੰਮ ਆਦਿ। ਅੱਛਾ, ਜਿਵੇਂ ਨਿਰਮਾਣ ਉਦਯੋਗ ਦੀਆਂ 3 ਕਿਸਮਾਂ ਸੀ, ਉਸੇ ਤਰ੍ਹਾਂ ਸੇਵਾ ਉਦਯੋਗ ਦੀਆਂ ਵੀ 3 ਕਿਸਮਾਂ ਨੇ। ਪਹਿਲੀ ਕਿਸਮ ਹੁੰਦੀ ਹੈ ਅਤੀ ਲਘੂ ਸੇਵਾ ਉਦਯੋਗ, ਮਾਈਕਰੋ ਸਰਵਿਸ ਐਂਟਰਪ੍ਰਾਈਜ਼ਸ। ਇਸ ਪ੍ਰਕਾਰ ਦੇ ਸੇਵਾ ਉਦਯੋਗ ਵਿੱਚ ਉਪਕਰਨਾਂ ਉੱਪਰ ਲਾਗਤ 10 ਲੱਖ ਰੁਪਏ ਜਾਂ ਇਸ ਤੋਂ ਘੱਟ। 10 ਲੱਖ ਰੁਪਏ ਜਾਂ ਇਸ ਤੋਂ ਘੱਟ। ਲਘੂ ਸੇਵਾ ਉਦਯੋਗ, ਇਸ ਪ੍ਰਕਾਰ ਦੇ ਸੇਵਾ ਉਦਯੋਗ ਵਿੱਚ ਉਪਕਰਨਾਂ ਉੱਪਰ ਲਾਗਤ 10 ਲੱਖ ਰੁਪਏ ਤੋਂ 2 ਕਰੋੜ ਰੁਪਏ ਦੇ ਵਿਚਕਾਰ ਹੁੰਦੀ ਹੈ। ਮਤਲਬ ਪਹਿਲੇ ਦੇ ਵਿੱਚ 10 ਲੱਖ ਤੋਂ ਘੱਟ ਜਾਂ 10 ਲੱਖ ਤੱਕ, ਦੂਜੇ ਦੇ ਵਿੱਚ 10 ਤੋਂ 2 ਕਰੋੜ ਦੇ ਵਿਚਕਾਰ, 10 ਲੱਖ ਰੁਪਏ ਤੋਂ 2 ਕਰੋੜ ਰੁਪਏ ਦੇ ਵਿਚਕਾਰ। ਮੱਧ ਪੱਧਰ ਦੇ ਸੇਵਾ ਉਦਯੋਗ, ਇਸ ਪ੍ਰਕਾਰ ਦੇ ਸੇਵਾ ਉਦਯੋਗਾਂ ਵਿੱਚ ਉਪਕਰਨਾਂ ਉੱਪਰ ਲਾਗਤ 2 ਕਰੋੜ ਰੁਪਏ ਤੋਂ 50 ਕਰੋੜ ਰੁਪਏ ਤੱਕ ਹੋ ਸਕਦੀ ਹੈ। ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਜੇਕਰ ਸੇਵਾ ਉਦਯੋਗ ਨੂੰ ਇੱਕ ਟੀਮ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ ਤਾਂ ਇਹਦੇ ਉੱਪਰ ਲਾਗਤ ਬਹੁਤ ਜ਼ਿਆਦਾ ਹੋ ਜਾਂਦੀ ਆ। ਦੇਖੋ, ਆਪਾਂ ਹੁਣ ਤੱਕ ਉਦਯੋਗ ਕੀ ਹੁੰਦਾ, ਉਦਯੋਗ ਦੀਆਂ ਕਿਸਮਾਂ, ਨਿਰਮਾਣ ਉਦਯੋਗ ਤੇ ਸੇਵਾ ਉਦਯੋਗ। ਇਸ ਤੋਂ ਬਾਅਦ ਸੇਵਾ ਉਦਯੋਗ ਅਤੇ ਨਿਰਮਾਣ ਉਦਯੋਗ ਦੀਆਂ ਅੱਗੋਂ 3 ਕਿਸਮਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ। ਹੁਣ ਆਪਾਂ ਇਹਨਾਂ ਟੌਪਿਕਾਂ ਦੇ ਵਿੱਚੋਂ 3-4 ਪ੍ਰਸ਼ਨ ਪੁੱਛਾਂਗੇ ਜਾਂ ਪ੍ਰਸ਼ਨ ਹੱਲ ਕਰਾਂਗੇ, ਜਿਹੜੇ ਪ੍ਰਸ਼ਨਾਂ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਊ ਵੀ ਤੁਹਾਡੀ ਦੁਹਰਾਈ ਠੀਕ ਹੈ। ਕਿਹੜੀ ਕਿਸਮ ਦੇ ਉਦਯੋਗ ਵਿੱਚ ਨਿਵੇਸ਼ ਜ਼ਿਆਦਾ ਹੁੰਦਾ? ਪ੍ਰਸ਼ਨ ਪਹਿਲਾ, ਕਿਹੜੀ ਕਿਸਮ ਦੇ ਉਦਯੋਗ ਵਿੱਚ ਨਿਵੇਸ਼ ਜ਼ਿਆਦਾ ਹੁੰਦਾ? ਨਿਰਮਾਣ ਉਦਯੋਗ, ਪਤਾ ਹੀ ਆ, ਮਸ਼ੀਨਾਂ, ਜਗ੍ਹਾ, ਕਰਮਚਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ। ਦੂਜਾ ਪ੍ਰਸ਼ਨ, ਕਿੱਥੇ ਪ੍ਰੋਡਕਟ ਦੀ ਪੈਦਾਵਾਰ ਕੀਤੀ ਜਾਂਦੀ ਹੈ? ਪ੍ਰੋਡਕਟ ਦੀ ਪੈਦਾਵਾਰ ਕਿੱਥੇ ਕੀਤੀ ਜਾਂਦੀ ਹੈ? ਆਪਾਂ ਸ਼ੁਰੂ 'ਚ ਪੜ੍ਹਿਆ ਸੀ, ਉਦਯੋਗਿਕ ਇਕਾਈ ਦੇ ਵਿੱਚ ਜਾਂ ਉਦਯੋਗਿਕ ਸੰਸਥਾ ਦੇ ਵਿੱਚ ਜਾਂ ਉਦਯੋਗ ਦੇ ਵਿੱਚ। ਉਦਯੋਗ ਦੀ ਸ਼ੁਰੂਆਤ ਕਰਤਾ ਨੂੰ ਕੀ ਕਹਿੰਦੇ ਹਨ? ਮਤਲਬ ਜਿਹੜਾ ਉਦਯੋਗ ਦੀ ਸ਼ੁਰੂਆਤ ਕਰਦਾ ਉਹਨੂੰ ਕੀ ਕਹਿੰਦੇ ਨੇ? ਉਦਮੀ। ਕੋਈ ਵੀ ਵਿਅਕਤੀ ਜਿਹੜਾ ਉਦਯੋਗ ਦੀ ਸ਼ੁਰੂਆਤ ਕਰਦਾ ਉਹਨੂੰ ਉਦਮੀ ਕਹਿੰਦੇ ਆ। ਅੱਛਾ, ਇੱਕ ਹੋਰ ਕੁਐਸਚਨ, ਇੰਟਰਨੈਟ ਕੈਫੇ ਕਿਹੜੇ ਉਦਯੋਗ ਦੀ ਉਦਾਹਰਨ ਹੈ? ਸੇਵਾ ਉਦਯੋਗ। ਨਿਰਮਾਣ ਤਾਂ ਹੁੰਦਾ ਹੀ ਨਹੀਂ ਉੱਥੇ ਕਿਸੇ ਚੀਜ਼ ਦਾ, ਸੇਵਾ ਉਦਯੋਗ। ਠੀਕ ਹੈ। ਅੱਛਾ, ਦੇਖੋ ਪਿਆਰੇ ਵਿਦਿਆਰਥੀਓ, ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਕੋਈ ਕਮੀ ਮਹਿਸੂਸ ਹੁੰਦੀ ਆ ਜਾਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਜਾਂ ਕੋਈ ਹੋਰ ਸਲਾਹ ਦੇਣੀ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਸ ਨੰਬਰ ਤੇ ਸੰਪਰਕ ਕੀਤਾ ਜਾਵੇ। ਧੰਨਵਾਦ ਜੀ।